हाँ जी बेटा, गुड मॉर्निंग स्टूडेंट्स टू ऑल ऑफ यू। 11th क्लास बायोलॉजी। लास्ट टाइम ਅਸੀਂ ਚੈਪਟਰ ਸਟਾਰਟ ਕੀਤਾ ਸੀਗਾ ਸੈੱਲ ਸਾਈਕਲ ਐਂਡ ਸੈੱਲ ਡਿਵੀਜ਼ਨ, ਔਰ ਉਹਦੇ ਵਿੱਚ ਆਪਣੇ ਲਾਸਟ ਟੌਪਿਕ ਰਹਿੰਦਾ ਸੀਗਾ ਆਪਣਾ ਉਹ ਸੀਗਾ ਮਿਓਸਿਸ। ਠੀਕ ਹੈ, ਮਿਓਸਿਸ ਅਸੀਂ 1 ਐਂਡ ਮਿਓਸਿਸ 2 ਇਹ ਦੋਨੇ ਚੀਜ਼ਾਂ ਪੜ੍ਹਨੀਆਂ ਹੈ। ਜਿਹੜੀ ਮਿਓਸਿਸ 1 ਹੁੰਦੀ ਹੈ ਬੇਟਾ ਉਹ ਰਿਡਕਸ਼ਨਲ ਡਿਵੀਜ਼ਨ ਹੁੰਦੀ ਹੈ। ਉਹ ਕੀ ਹੁੰਦੀ ਹੈ? ਰਿਡਕਸ਼ਨਲ। ਉਹਦੇ ਵਿੱਚ ਜਿਹੜੇ ਕ੍ਰੋਮੋਸੋਮ ਨੰਬਰ ਉਹ ਰਿਡਕਸ਼ਨ ਮਤਲਬ ਘੱਟਦੇ ਆ। ਔਰ ਜਿਹੜੀ ਮਿਓਸਿਸ 2 ਹੁੰਦੀ ਆ ਇਕੁਏਸ਼ਨਲ ਡਿਵੀਜ਼ਨ, ਉਹ 'ਚ ਕ੍ਰੋਮੋਸੋਮ ਨੰਬਰ ਸੇਮ ਰਹਿੰਦੇ ਹੁੰਦੇ ਆ ਜੋ ਡਿਵੀਜ਼ਨ ਹੁੰਦੀ ਆ। ਅੰਡਰਸਟੂਡ ਆ? ਸੋ ਮਿਓਸਿਸ ਨੂੰ ਫਸਟ ਰਿਪੋਰਟ ਕਿਹਦੇ ਵਿੱਚ ਹੋਈ ਸੀ? ਐਗ ਸੈੱਲ ਆਫ ਸੀ ਅਰਚਿਨ ਦੇ ਵਿੱਚ, ਐਨੀਮਲ ਦੇ ਵਿੱਚ। ਡਿਸਕਵਰ ਕਿਹਨੇ ਕੀਤਾ? ਵੈਨ ਡੇਨ ਨੇ। ਅਤੇ ਇਹ ਟਰਮ ਜਿਹੜਾ ਵਰਡ ਹੈ ਦਿੱਤਾ ਕਿਹਨੇ ਸੀਗਾ? ਫਾਰਮਰ ਐਂਡ ਮੋਰੇ ਨੇ। ਠੀਕ ਹੈ, ਸੋ ਜਿਨ੍ਹਾਂ ਦੇ ਵਿੱਚ ਮਿਓਸਿਸ ਹੁੰਦੀ ਆ ਜਿਹੜੇ ਸੈੱਲਸ ਦੇ ਵਿੱਚ, ਠੀਕ ਹੈ, ਉਹਨੂੰ ਤੁਸੀਂ ਕੀ ਬੋਲਦੇ ਆ? ਉਹਨੂੰ ਮਿਓਸਾਈਟ ਸੈੱਲਸ ਬੋਲਦੇ ਆ, ਮਿਓਸਾਈਟ ਬੋਲਦੇ ਆ। ਠੀਕ ਹੈ, ਹੁਣ ਮਿਓਸਿਸ ਜਿਹੜੀ ਆ ਅਲੱਗ ਅਲੱਗ ਟਾਈਪਸ ਦੀ ਹੁੰਦੀ ਆ। ਜਿਹੜੀ ਇੱਕ ਗੈਮੈਟਿਕ ਮਿਓਸਿਸ ਹੁੰਦੀ ਆ, ਇੱਕ ਜ਼ਾਇਗੋਟਿਕ ਹੁੰਦੀ ਆ, ਇੱਕ ਸਪੋਰਿਕ। ਗੈਮੈਟਿਕਸ ਜਿਹਨਾਂ ਦੇ ਵਿੱਚ ਗੈਮੇਟਸ ਦੀ ਫਾਰਮੇਸ਼ਨ ਹੁੰਦੀ ਆ। ਠੀਕ ਹੈ, ਜ਼ਾਇਗੋਟਿਕ ਮਿਓਸਿਸ ਜਿਹੜੀ ਜ਼ਾਇਗੋਟ ਅਤੇ ਜਦੋਂ ਦੋ ਸੈੱਲਸ ਦੀ ਆਪਸ 'ਚ ਫਿਊਜ਼ਨ ਹੁੰਦੀ ਹੈ ਨਾ, ਸਪਾਮ ਐਗਜ਼ਾਮਪਲ ਸਪਾਮ ਅਤੇ ਓਵਮ ਜਦੋਂ ਆਪਸ 'ਚ ਫਿਊਜ਼ ਕਰਦੇ ਆ। ਠੀਕ ਹੈ, ਆਪਸ 'ਚ ਫਿਊਜ਼ ਕਰਦੇ ਆ ਅਤੇ ਦੈਨ ਇਹ ਕੀ ਕਰਦੇ ਆ ਆਪਸ 'ਚ ਫਸਟ ਜਿਹੜੀ ਆ ਉਹ ਉਸ ਪ੍ਰੋਸੈਸ ਨੂੰ ਫਰਟੀਲਾਈਜੇਸ਼ਨ ਬੋਲਦੇ ਅਸੀਂ। ਅਤੇ ਜੋ ਫਸਟ ਸੈੱਲ ਬੋਡੀ ਦਾ ਹੁੰਦਾ ਜ਼ਾਇਗੋਟ ਬਣਦਾ ਆ, ਉਹਦੇ ਵਿੱਚ ਓਨਲੀ ਲੋਅਰ ਆਰਗੈਨਿਜ਼ਮਸ ਦੇ ਵਿੱਚ ਜ਼ਾਇਗੋਟਿਕ ਮਿਓਸਿਸ ਹੁੰਦੀ ਆ। ਸੋ ਸਪੋਰਿਕ ਮਿਓਸਿਸ ਜਿਹੜੀ ਹੁੰਦੀ ਆ ਪਲਾਂਟਸ ਦੇ ਵਿੱਚ ਹੁੰਦੀ ਹੈ, ਜਿਹਦੇ ਵਿੱਚ ਹੈਪਲੈਟ ਸਪੋਰਟਸ ਵਗੈਰਾ ਬਣਦੇ ਆ। ਠੀਕ ਹੈ, ਨੈਕਸਟ ਆ ਜਾਂਦਾ ਮਿਓਸਿਸ। ਦੋ ਤਰ੍ਹਾਂ ਦੀ ਹੁੰਦੀ ਆ, ਮਿਓਸਿਸ 1 ਐਂਡ ਦਾ ਮਿਓਸਿਸ 2। ਓਕੇ, 1 ਜਿਹੜੀ ਆ ਉਹਦੇ ਵਿੱਚ ਮਿਓਸਿਸ 1 ਦੇ ਵਿੱਚ ਦੋ ਸਟੇਜ ਹੁੰਦੀਆਂ, ਕੈਰੀਓਕਾਈਨੇਸਿਸ 1, ਸਾਈਟੋਕਾਈਨੇਸਿਸ 1। ਅਤੇ ਮਿਓਸਿਸ 1 ਜਿਹੜੀ ਹੁੰਦੀ ਆ ਇਹ ਰਿਡਕਸ਼ਨਲ ਡਿਵੀਜ਼ਨ ਹੁੰਦੀ ਹੈ, ਮੈਂ ਦੱਸ ਚੁੱਕਾ ਤੁਹਾਨੂੰ। ਠੀਕ ਹੈ, ਕੈਰੀਓਕਾਈਨੇਸ ਦੇ ਅੱਗੇ ਜਿਸ ਤਰ੍ਹਾਂ ਬੇਟਾ ਬਹੁਤ ਸਾਰੀਆਂ ਚੀਜ਼ਾਂ ਨਾ ਮਿਓਸਿਸ ਅਤੇ ਮਾਈਟੋਸਿਸ ਦੀਆਂ ਸੇਮ ਆ। ਠੀਕ ਹੈ ਨਾ, ਕੁਝ ਚੀਜ਼ਾਂ ਡਿਫਰੈਂਟ ਆ, ਉਹ ਤੁਹਾਨੂੰ ਮੈਂ ਜ਼ਰੂਰ ਦੱਸੂਗਾ। ਹੁਣ ਦੇਖੋ ਮਿਓਸਿਸ 1 ਦੇ ਵਿੱਚ ਵੀ ਪ੍ਰੋਫੇਜ਼ ਸਟੇਜ ਹੁੰਦੀ ਆ। ਠੀਕ ਹੈ, ਮੈਟਾਫੇਜ਼ 1, ਐਨਾਫੇਜ਼ 1 ਐਂਡ ਟੀਲੋਫੇਜ਼ 1। ਠੀਕ ਹੈ, ਇੱਦਾਂ ਹੀ ਮਿਓਸਿਸ 2 ਦੇ ਵਿੱਚ ਪ੍ਰੋਫੇਜ਼ 2, ਮੈਟਾਫੇਜ਼ 2, ਐਨਾਫੇਜ਼ 2, ਟੀਲੋਫੇਜ਼ 2। ਓਕੇ, ਸੋ ਪਹਿਲੀ ਉਹੀ ਆ ਗਈ ਸਟੇਜ, ਕੈਰੀਓਕਾਈਨੇਸਿਸ ਹੋ ਗਈ, ਮੀਨਸ ਨਿਊਕਲੀਅਸ ਜਿਹੜਾ ਉਹ ਡਿਵਾਈਡ ਕਰੂਗਾ। ਓਕੇ, ਦੂਜੇ ਨੰਬਰ 'ਤੇ ਸਾਈਟੋਪਲਾਜ਼ਮ ਡਿਵਾਈਡ ਕਰੂਗਾ। ਓਕੇ ਜੀ, ਦੈਨ ਜਦੋਂ ਮਿਓਸਿਸ 1 ਜਿਹੜੀ ਆ ਤੋਂ ਬਾਅਦ ਮਿਓਸਿਸ 2 ਨਾਲ ਹੀ ਸ਼ੁਰੂ ਹੁੰਦੀ ਆ। ਮਿਓਸਿਸ 1 ਦੇ ਵਿੱਚ 2 ਸੈੱਲਸ ਬਣ ਕੇ ਤੁਹਾਡੇ ਕੋਲ, ਠੀਕ ਹੈ, ਇਹੀ 2 ਅੱਗੇ ਆ ਕੇ 4 ਬਣਨੇ ਆ, ਇਹਦੇ 2 ਅਤੇ ਇਹਦੇ 2, ਇਹ 4। ਇਹ ਮਿਓਸਿਸ 2 ਦੇ ਵਿੱਚ ਹੀ ਆ ਕੇ ਬਣਨੇ ਆ ਬੇਟਾ। ਹੁਣ ਜਦੋਂ ਮਿਓਸਿਸ, ਹੁਣ ਦੇਖੋ ਹੁਣ ਜਿਹੜੀ ਸਭ ਤੋਂ ਪਹਿਲਾਂ ਇੰਟਰਫੇਸ ਸਟੇਜ ਸੀਗੀ ਮਾਈਟੋਸਿਸ ਦੇ ਵਿੱਚ ਤੁਸੀਂ ਪੜ੍ਹੀ ਸੀਗੀ, ਇਹਦੇ ਵਿੱਚ ਇੰਟਰਕਾਈਨੇਸਿਸ ਸਟੇਜ ਆਉਣੀ ਆ ਮਿਓਸਿਸ 2 ਤੋਂ ਪਹਿਲਾਂ। ਇਹ ਗੱਲ ਯਾਦ ਰੱਖਣੀ, ਇੰਟਰਕਾਈਨੇਸਿਸ ਸਟੇਜ ਆਉਣੀ, ਬਟ ਇਹਦੇ ਵਿੱਚ ਐਸ ਫੇਜ਼ ਆ ਨਾ ਜਿਹੜਾ ਬੇਟਾ, ਐਸ ਫੇਜ਼ ਪੜ੍ਹਿਆ ਸੀ ਨਾ ਅਸੀਂ, G1 G2 ਐਸ ਫੇਜ਼, ਇਹਦੇ ਵਿੱਚ ਐਸ ਫੇਜ਼ ਜਿਹੜਾ ਉਹ ਨਹੀਂ ਹੁੰਦਾ। ਠੀਕ ਹੈ, ਐਸ ਫੇਜ਼ ਸਟੇਜ ਜਿਹੜੀ ਉਹ ਨਹੀਂ ਹੋਣੀ ਇੰਟਰਕਾਈਨੇਸਿਸ ਦੇ ਵਿੱਚ। ਓਕੇ ਬੇਟਾ, ਸੋ ਪਲੀਜ਼ ਇਹ ਗੱਲ, ਇਹ ਮੇਨ ਡਿਫਰੈਂਸ ਹੋ ਗਿਆ ਇੱਕ। ਠੀਕ ਹੈ, ਦੂਜਾ ਡਿਫਰੈਂਸ ਇਹ ਹੈਗਾ ਕਿ ਮਿਓਸਿਸ 1 ਦਾ ਪ੍ਰੋਫੇਜ਼ 1 ਸਟੇਜ ਆ ਜਿਹੜੀਆਂ ਉਹਦੀਆਂ ਅੱਗੇ ਸਬ ਸਟੇਜਿਸ ਆ। ਜ਼ਾਇਗੋਟਿਨ ਸਭ ਤੋਂ, ਲੈਪਟੋਟਿਨ, ਫਿਰ ਜ਼ਾਇਗੋਟਿਨ, ਫਿਰ ਪੈਚੇਟਿਨ, ਫਿਰ ਡਿਪਲੋਟਿਨ, ਫਿਰ ਡਾਈਕਨਾਈਸਿਸ। ਇਹ ਜਿਹੜੀਆਂ 4 ਸਬ ਸਟੇਜਿਸ ਆ 5, ਕਿਹਦੀਆਂ ਆ ਬੇਟਾ? ਪ੍ਰੋਫੇਜ਼ 1 ਦੀਆਂ ਸਟੇਜਿਸ ਆ। ਇਹ ਗੱਲ ਯਾਦ ਰੱਖਣੀ ਤੁਸੀਂ। ਠੀਕ ਹੈ, ਸੋ ਇਹਦੇ ਵਿੱਚ ਹੀ ਸਾਰਾ ਕੁਝ ਚੇਂਜਿਸ ਹੁੰਦੀਆਂ। ਬਾਕੀ ਸਾਰੀਆਂ ਸਟੇਜਿਸ ਜਿਹੜੀਆਂ ਮੈਟਾਫੇਜ਼, ਐਨਾਫੇਜ਼ ਅਤੇ ਟੀਲੋਫੇਜ਼, ਜੋ ਮਾਈਟੋਸਿਸ ਦੇ ਵਿੱਚ ਹੋਇਆ ਸੀਗਾ ਉਹੀ ਇਹਨਾਂ ਵਿੱਚ ਹੋਣਾ। ਠੀਕ ਹੈ, ਪ੍ਰੋਫੇਜ਼ 1 ਦੇ ਵਿੱਚ ਚੇਂਜਿਸ ਆਉਣੀਆਂ। ਠੀਕ ਹੈ ਬੇਟਾ, ਮੈਟਾਫੇਜ਼ 1, ਐਨਾਫੇਜ਼ 1 ਅਤੇ ਟੀਲੋਫੇਜ਼ 1 ਜਿਹੜੀਆਂ ਉਹ ਸੇਮ ਸਟੇਜਿਸ ਆ। ਓਕੇ ਜੀ, ਪਹਿਲਾ ਡਿਫਰੈਂਸ ਇਹੀ ਆ ਗਿਆ। ਦੂਜਾ ਡਿਫਰੈਂਸ ਤੁਹਾਨੂੰ ਮੈਂ ਦੱਸ ਚੁੱਕਾ, ਜਦੋਂ ਮਿਓਸਿਸ 1 ਹੋ ਗਈ, ਜਦੋਂ ਮਿਓਸਿਸ 1 ਬੇਟਾ ਹੋ ਗਈ, ਦੈਨ ਉਸ ਤੋਂ ਬਾਅਦ ਕੀ ਹੋਣਾ? ਉਸ ਤੋਂ ਬਾਅਦ ਸਾਈਟੋਕਾਈਨੇਸਿਸ
ਵੀ ਹੋ ਗਈ। ਦੈਨ ਉਸ ਤੋਂ ਬਾਅਦ ਇੰਟਰਕਾਈਨੇਸਿਸ ਸਟੇਜ ਆਉਂਦੀ ਆ, ਜਿਹੜੀ ਇੰਟਰਫੇਜ਼ ਆਉਂਦੀ ਹੁੰਦੀ ਸੀਗੀ ਸਾਈਡ ਮਾਈਟੋਸਿਸ ਦੇ ਵਿੱਚ, ਠੀਕ ਹੈ। ਜਿਹੜੀ ਇੰਟਰਕਾਈਨੇਸ ਸਟੇਜ ਆ ਉਹਦੇ ਵਿੱਚ ਜਿਹੜਾ ਐਸ ਫੇਜ਼ ਆ ਬੇਟਾ ਉਹ ਨਹੀਂ ਹੁੰਦਾ, ਉਹ ਐਸ ਫੇਜ਼ ਸਟੇਜ ਜਿਹੜੀ ਉਹ ਨਹੀਂ ਹੁੰਦੀ। ਮਾਈਟੋਸਿਸ ਦੇ ਵਿੱਚ ਐਸ ਫੇਜ਼ ਸਟੇਜ ਜਿਹੜੀ ਉਹ ਬਣਦੀ ਆ ਜਿੱਥੇ ਕਿ DNA ਰੈਪਲੀਕੇਸ਼ਨ ਹੋਈ ਸੀ। ਹੁਣ ਯਾਦ ਆ ਗਿਆ ਹੋਣਾ ਤੁਹਾਨੂੰ। ਓਕੇ, ਅੰਡਰਸਟੂਡ ਆ। ਸੋ ਅਸੀਂ ਅੱਜ ਇਹ ਪੜ੍ਹਾਂਗੇ। ਸੋ ਮਿਓਸਿਸ 1, ਮਿਓਸਿਸ 1 ਆ ਜਿਹੜੀ ਬੇਟਾ ਇਹ ਕਰਾਂਗੇ। ਪ੍ਰੋਫੇਜ਼ 1 ਸਟੇਜ ਆ, ਉਹਦੀ ਸਭ ਤੋਂ ਪਹਿਲੀ ਫੇਜ਼ ਆ ਗਈ ਇੰਟਰਫੇਜ਼। ਆਹ ਦੇਖੋ ਇੰਟਰਫੇਜ਼ ਆਉਂਦੀ ਸੀ, ਠੀਕ ਹੈ ਨਾ। ਇੰਟਰਫੇਜ਼ ਦੇ ਵਿੱਚ ਜਿਹੜੇ ਕ੍ਰੋਮੋਜ਼ੋਮਸ ਆ, ਜਿਹੜਾ ਨਿਊਕਲੀਅਸ ਹੁੰਦਾ ਆ ਉਹ ਕਿੱਦਾਂ ਹੁੰਦਾ, ਨਿਊਕਲੀਅਰ ਡਿਵੀਜ਼ਨ ਹੋਣੀ ਪਹਿਲਾਂ, ਠੀਕ ਹੈ। ਇੰਟੈਕਟ ਨਿਊਕਲੀਅਸ ਆ, ਮੀਨਸ ਜੁੜਿਆ ਹੋਇਆ ਨਹੀਂ ਹੈਗਾ, ਪੋਰਸ ਪ੍ਰੈਜ਼ੈਂਟ ਹੁੰਦੇ ਆ ਨਿਊਕਲੀਅਸ ਦੇ ਵਿੱਚ। ਸੋ ਇਹ ਨਿਊਕਲੀਅਸ ਆ, ਇਹ 'ਚ ਜਿਹੜੇ ਕ੍ਰੋਮੋਜ਼ੋਮਸ ਆ ਉਹ ਕੀ ਆ, ਥ੍ਰੈਡ ਲਾਈਕ ਸਟਰਕਚਰ ਆ। ਠੀਕ, ਸੈਂਟਰੀਓਲ ਜਿਹੜਾ ਅਸੀਂ ਐਨੀਮਲ ਦੀ ਕਰ ਰਹੇ ਹਾਂ, ਤਾਂ ਐਨੀਮਲ ਸੈੱਲ ਦੇ ਵਿੱਚ ਸੈਂਟਰੀਓਲ ਜਿਹੜਾ ਉਹ ਪ੍ਰੈਜ਼ੈਂਟ ਹੁੰਦਾ ਆ ਬੋਥ ਸਾਈਡਸ 'ਤੇ, ਓਪੋਜਿਟ ਪੋਲਸ 'ਤੇ। ਇੱਕ ਇਹਦਾ ਇਹ ਹੋ ਗਿਆ, ਇੱਕ ਆ ਹੋ ਗਿਆ। ਅੰਡਰਸਟੂਡ। ਸੋ ਕ੍ਰੋਮੋਜ਼ੋਮ ਨੰਬਰ 4 ਆ ਇਹਦੇ ਵਿੱਚ, ਠੀਕ ਹੈ। ਇਹ ਹੈਗਾ ਤੁਹਾਡਾ ਇੰਟਰਫੇਜ਼ ਸਟੇਜ। ਇਹ ਕਿਹੜੀ ਫੇਜ਼ ਆ, ਇੰਟਰਫੇਜ਼ ਸਟੇਜ ਆ। ਓਕੇ, ਦੂਜੇ ਨੰਬਰ 'ਤੇ ਹੁਣ ਤੁਹਾਡੀ ਸਟਾਰਟ ਹੋ ਜਾਂਦੀ ਹੈ ਪ੍ਰੋਫੇਜ਼ 1 ਦੀ ਸਬ ਸਟੇਜਿਸ। ਸਭ ਤੋਂ ਪਹਿਲੀ ਸਟੇਜ ਆਉਂਦੀ ਹੈ ਬੇਟਾ ਤੁਹਾਡੀ ਲੈਪਟੋਟੀਨ, ਲੈਪਟੋਟੀਨ। ਓਕੇ, ਸੋ ਲੈਪਟੋਟੀਨ ਜਿਹੜੀ ਸਟੇਜ ਆ ਇਹਦੇ ਵਿੱਚ ਕੀ ਹੁੰਦਾ, ਲੈਪਟੋਟੀਨ ਦੇ ਵਿੱਚ ਨਿਊਕਲੀਅਸ ਉੱਦਾਂ ਹੀ ਕਰਦਾ, ਇੰਟੈਕਟ ਨਿਊਕਲੀਅਸ ਹੁੰਦਾ, ਬਟ ਜਿਹੜੇ ਇਹਦੇ ਕ੍ਰੋਮੋਜ਼ੋਮਸ ਹੁੰਦੇ ਨਾ ਬੇਟਾ ਉਹ ਨਿਊਕਲੀਅਸ ਦੀ ਵਾਲ ਦੇ ਨਾਲ ਅਟੈਚ ਹੁੰਦੇ। ਇਹ ਜਿਹੜੀ ਵਾਲ ਹੁੰਦੀ ਹੈ ਡਬਲ ਮੈਂਬਰੇਨ ਹੁੰਦੀ ਹੈ ਵੈਸੇ, ਠੀਕ ਹੈ। ਇਹ ਜਿਹੜੇ ਕ੍ਰੋਮੋਜ਼ੋਮਸ ਅਟੈਚ ਹੁੰਦੇ ਆ ਨਿਊਕਲੀਅਸ ਦੇ, ਔਰ ਬੀਡ ਲਾਈਕ ਸਟਰਕਚਰਸ ਹੁੰਦੀਆਂ। ਕਿੱਦਾਂ ਦੀ ਹੁੰਦੀਆਂ, ਬੀਡ ਲਾਈਕ ਸਟਰਕਚਰਸ। ਕਾਪੀ ਦੇ ਤੁਸੀਂ ਡਾਇਗਰਾਮ 'ਚ ਦੇਖ ਸਕਦੇ ਹੋ। ਓਕੇ, ਇਹਨੂੰ ਬੀਡ ਲਾਈਕ ਸਟਰਕਚਰਸ ਬੋਲਦੇ ਆ। ਔਰ ਇਹਦੇ ਵਿੱਚ ਜਿਹੜੇ ਕ੍ਰੋਮੈਟਿਨ ਫਾਈਬਰਸ ਆ ਅਪੀਅਰ ਹੋ ਜਾਂਦੇ ਆ ਬੀਡ ਲਾਈਕ ਸਟਰਕਚਰਸ, ਇਹ ਜਿਹੜੇ ਕ੍ਰੋਮੈਟਿਨ ਫਾਈਬਰ ਸੀਗੇ। ਓਕੇ, ਔਰ ਫਾਈਬਰਸ ਆਰ ਅਟੈਚ ਟੂ ਨਿਊਕਲੀਅਰ ਮੈਂਬਰੇਨ। ਇਹ ਜਿਹੜੇ ਫਾਈਬਰਸ ਹੈ ਕਿਹਦੇ ਨਾਲ ਅਟੈਚ ਹੋ ਗਏ, ਨਿਊਕਲੀਅਸ ਮੈਂਬਰੇਨ ਨਾਲ। ਓਕੇ, ਨੈਕਸਟ ਸਟੇਜ ਆ ਜਾਂਦੀ ਹੈ ਬੇਟਾ ਜ਼ਾਈਗੋਟਿਨ ਸਟੇਜ ਆ ਜਾਂਦੀ ਹੈ। ਜ਼ਾਈਗੋਟਿਨ ਸਟੇਜ ਜਿਹੜੀ ਹੈਗੀ ਆ ਇਹ ਕਿੱਦਾਂ ਦੀ ਹੁੰਦੀ ਆ, ਇਹਦੇ ਵਿੱਚ ਹੋਮੋਲੋਗਸ ਕ੍ਰੋਮੋਜ਼ੋਮਸ ਜਿਹੜੇ ਆ ਉਹਨਾਂ ਦੀ ਜਿਹੜੇ ਕ੍ਰੋਮੋਜ਼ੋਮਸ ਹੁੰਦੇ ਆ ਉਹਨਾਂ ਦੀ ਪੇਅਰਿੰਗ ਹੋ ਜਾਂਦੀ ਆ, ਠੀਕ ਹੈ। ਅੰਡਰਸਟੂਡ ਆ। ਔਰ ਉਹ ਪੇਅਰਿੰਗ ਕਿਵੇਂ ਹੁੰਦੀ ਆ, ਕਿਉਂਕਿ ਦੇਖੋ ਲੈਪਟੋਟੀਨ ਦੇ ਵਿੱਚ ਤਾਂ ਥ੍ਰੈਡ ਕ੍ਰੋਮੈਟਿਨ ਫਾਈਬਰਸ ਹੁੰਦੇ ਆ, ਠੀਕ ਹੈ। ਕ੍ਰੋਮੈਟਿਨ ਫਾਈਬਰਸ ਤੋਂ ਬਾਅਦ ਉਹ ਕਿਹਦੇ ਵਿੱਚ ਉਹ ਕੰਡੈਂਸ ਹੋ ਜਾਂਦੇ ਆ ਅਤੇ ਉਹ ਕ੍ਰੋਮੋਜ਼ੋਮਸ ਬਣ ਜਾਂਦੇ ਆ, ਠੀਕ ਹੈ ਨਾ। ਜਿੱਦਾਂ ਅਸੀਂ ਪਹਿਲਾਂ ਪੜ੍ਹਿਆ ਸੀਗਾ ਪਹਿਲਾਂ ਸਟੇਜਿਸ ਦੇ ਵਿੱਚ। ਹੁਣ ਦੇਖੋ ਨਿਊਕਲੀਅਸ ਆ ਗਿਆ ਤੁਹਾਡਾ ਸੇਮ, ਠੀਕ ਹੈ। ਔਰ ਜਿਹੜੇ ਕ੍ਰੋਮੋਜ਼ੋਮਸ ਆ ਇੱਦਾਂ ਹੁੰਦੇ, ਹੋਮੋਲੋਗਸ ਕ੍ਰੋਮੋਜ਼ੋਮ ਪੇਅਰਿੰਗ ਹੈ ਨਾ, ਅਤੇ 4 ਆਉਣਗੇ ਤਰਾਤ ਸਾਈਡ ਸੀ, ਠੀਕ ਹੈ। ਔਰ ਇਹਨਾਂ ਦੇ ਵਿੱਚ ਕੀ ਹੋ ਜਾਂਦਾ ਹੁੰਦਾ, ਪੇਅਰਿੰਗ ਹੋਮੋਲੋਗਸ ਟੇਕ ਪਲੇਸ, ਜਿਹਨੂੰ ਅਸੀਂ ਸਨੈਪਸਿਸ ਬੋਲਦੇ ਹਾਂ ਅਸੀਂ, ਠੀਕ ਹੈ। 2 ਪੇਅਰ ਬਣ ਗਏ ਨਾ, ਆ ਦੇਖੋ 2 ਪੇਅਰ ਬਣ ਗਏ ਨਾ। ਸੋ 2 ਪੇਅਰ ਨੂੰ ਅਸੀਂ ਕੀ ਬੋਲਾਂਗੇ, ਸਨੈਪਸਿਸ। ਓਕੇ, ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਨੈਪਸਿਸ ਕਿਹਦੇ ਵਿੱਚ ਹੁੰਦੀ ਹੈ, ਸਨੈਪਸਿਸ ਕਿਹਦੇ ਵਿੱਚ ਹੁੰਦੀ ਆ, ਮਿਓਸਿਸ 1 ਦੀ ਪ੍ਰੋਫੇਜ਼ 1 ਦੀ ਸਬ ਸਟੇਜ ਕਿਹੜੀ ਹੈ ਬੇਟਾ, ਜ਼ਾਈਗੋਟਿਨ। ਇਸ ਜ਼ਾਈਗੋਟਿਨ ਦੀ ਸਟੇਜ ਦੇ ਵਿੱਚ ਕੀ ਹੁੰਦੀ ਆ, ਸਨੈਪਸਿਸ ਹੁੰਦੀ ਆ। ਜਿਹਦੇ ਵਿੱਚ ਸਨੈਪਸਿਸ ਹੁੰਦੀ ਕੀ ਆ, ਜਿਹ 'ਚ ਹੋਮੋਲੋਗਸ ਕ੍ਰੋਮੋਜ਼ੋਮਸ ਜਿਹੜੇ ਕ੍ਰੋਮੋਜ਼ੋਮਸ ਹੁੰਦੇ ਉਹਨਾਂ ਦੀ ਪੇਅਰਿੰਗ ਹੋ ਜਾਂਦੀ ਹੈ, ਇੱਕ ਤੋਂ ਬਾਅਦ ਦੇਖੋ 2। ਅੰਡਰਸਟੂਡ, ਕਿਉਂਕਿ ਇਹ ਥ੍ਰੈਡ ਕਿੰਨੇ ਸੀਗੇ, ਥ੍ਰੈਡ ਤੁਹਾਡੇ ਸਾਹਮਣੇ 4 ਸੀਗੇ। ਸੋ ਇਹਨਾਂ ਦੀ ਆਪਸ 'ਚ ਹੁਣ 2 ਕ੍ਰੋਮੋਜ਼ੋਮ ਤੋਂ ਪੇਅਰਿੰਗ ਕਰੂਗੇ, ਠੀਕ ਹੈ ਨਾ। ਟੂ ਹੋਲਡ ਦਾ 2 ਹੋਮੋਲੋਗਸ ਕ੍ਰੋਮੋਜ਼ੋਮ ਸਨੈਪਟੋਨਮਲ ਕੰਪਲੈਕਸ ਇਜ਼ ਫਾਊਂਡ। 2 ਕ੍ਰੋਮੋਜ਼ੋਮਸ ਦੇ ਵਿੱਚ ਅਗਰ ਹੋਲਡ ਹੋਵੇ, ਸਪੋਜ਼ ਕਰ ਲਓ ਆਹ ਦੇਖੋ ਆਹ 2 ਅਤੇ ਆਹ 2, ਇਹ ਜ਼ਾਈਗੋਟਿਨ ਦੇ ਵਿੱਚ। ਸੋ ਇਹਨਾਂ ਦੇ ਵਿੱਚ ਇੱਕ ਕ੍ਰੋਮੋਜ਼ੋਮ ਸਨੈਪਟੋਨਮਲ ਕੰਪਲੈਕਸ ਬਣਦਾ ਜਿਹੜਾ ਪ੍ਰੋਟੀਨ ਦਾ ਹੁੰਦਾ, ਇਹਦੇ ਵਿੱਚ ਇੱਦਾਂ ਬੌਂਡ ਬਣ ਜਾਂਦਾ।
ਜਿਹੜਾ ਇਹਨਾਂ ਨੂੰ ਇਹ ਹੋਲਡ ਕਰਕੇ ਰੱਖਦਾ ਆਹ ਬੌਂਡ। ਇਸ ਨੂੰ ਅਸੀਂ ਕੀ ਕਹਿੰਦੇ ਆ, ਇਹ ਕਾਹਦਾ ਬਣਿਆ ਹੁੰਦਾ ਆ, ਸਨੈਪਟੋਨੇਮਲ ਕੰਪਲੈਕਸ ਬੋਲਦੇ ਅਸੀਂ ਇਹਨੂੰ। ਇਹ ਪ੍ਰੋਟੀਨ ਦਾ ਬਣਿਆ ਹੁੰਦਾ ਹੈ, ਠੀਕ ਹੈ ਨਾ। ਓਕੇ, ਇਹ ਪ੍ਰੋਟੀਨ ਨੈਟਵਰਕ ਹੁੰਦਾ ਜਿਹੜਾ ਇਹਨਾਂ ਨੂੰ ਇਹਨੂੰ ਹੋਲਡ ਕਰਕੇ ਰੱਖਦਾ ਹੈ। ਇੱਦਾਂ ਹੀ ਇਹਦੇ ਵਿੱਚ ਹੋ ਜਾਣਾ, ਠੀਕ ਹੈ ਨਾ। ਇਹ ਜ਼ਾਈਗੋਟਿਨ ਸਟੇਜ ਆ। ਓਕੇ ਬੇਟਾ, ਸੋ ਇਹ ਇਹਦੇ ਵਿੱਚ ਹੋਰ ਕੀ ਸਨੈਪਟੋਨੇਮਲ ਕੰਪਲੈਕਸ ਫਾਊਂਡ ਹੋ ਗਿਆ। ਅਤੇ ਦੈਨ ਜਿਹੜੇ ਆ ਇਹਨਾਂ 2 ਆਰਮਸ ਵੀ ਕ੍ਰੋਮੋਸੋਮਸ ਦੀਆਂ ਫਾਰਮਡ ਹੋ ਜਾਂਦੀਆਂ। ਜਿੱਦਾਂ ਸਪੋਜ਼ ਕਰ ਲਓ ਇੱਦਾਂ, ਇੱਦਾਂ ਇਹ ਹੋ ਗਏ 2 ਪੇਅਰਿੰਗ, ਇੱਕ ਹੋਰ ਬਣਾ ਲਓ। ਓਕੇ, ਇਹ 2 ਪੇਅਰਿੰਗ ਹੋ, ਅੰਡਰਸਟੂਡ। ਹੁਣ ਇੱਕ ਗੱਲ ਹੋਰ ਦੱਸਣੀ ਆ ਤੁਹਾਨੂੰ ਮੈਂ, ਆਹ ਦੇਖੋ ਕ੍ਰੋਮੋਜ਼ੋਮ ਆ, ਆਹ ਸੈਂਟਰੋਮੀਅਰ ਆ ਉਹਦਾ, ਆਹ 2 ਆਰਮਸ ਆ। ਹੁਣ ਜੇ ਤਾਂ ਆਪਾਂ ਆਹ 2 ਆਰਮਸ ਦੀ ਗੱਲ ਕਰੀਏ, ਇਸ ਦੋਨਾਂ ਆਰਮਸ ਨੂੰ ਆਪਾਂ ਸਿਸਟਰ ਕ੍ਰੋਮੈਟਿਡਸ ਬੋਲਾਂਗੇ। ਕੀ ਬੋਲਾਂਗੇ? ਸਿਸਟਰ ਕ੍ਰੋਮੈਟਿਡਸ। ਓਕੇ, ਸੇਮ ਆਰਮਸ। ਜੇ ਆਪਾਂ ਇਹਨਾਂ ਦੋਨਾਂ ਦੀ ਗੱਲ ਕਰੀਏ, ਦੋਨੇ ਡਿਫਰੈਂਟ ਆਰਮਸ ਜਿਹੜੀਆਂ ਹੋਣਗੀਆਂ, ਇਹਨਾਂ ਨੂੰ ਆਪਾਂ ਨੌਨ ਸਿਸਟਰ ਬੋਲਾਂਗੇ। ਓਕੇ ਬੇਟਾ, ਸੋ ਇਹ ਡਿਫਰੈਂਸ ਸੀਗਾ, ਠੀਕ ਹੈ। ਔਰ ਜਿਹੜੇ ਗੱਲ ਹੋਰ ਸੀ, ਜਿਹੜੀ ਇਹ ਨੌਨ ਸਿਸਟਰ ਕ੍ਰੋਮੈਟਿਨਸ ਆ, ਠੀਕ ਹੈ, ਆਹ ਨੌਨ ਸਿਸਟਰ ਜਿਹੜੀਆਂ ਅਲੱਗ-ਅਲੱਗ ਦੋਨੇ ਕ੍ਰੋਮੋਸੋਮਸ ਦੀਆਂ ਅਲੱਗ-ਅਲੱਗ ਜਿਹੜੀਆਂ ਆਰਮ ਸੀਗੀਆਂ, ਇਹ ਨੌਨ ਸਿਸਟਰ ਕ੍ਰੋਮੈਟ ਸੀਗੀਆਂ। ਸੋ ਇਹਨਾਂ ਦੇ ਵਿੱਚ ਕੀ ਹੁੰਦੀ ਹੈ? ਕ੍ਰੋਸਿੰਗ ਓਵਰ ਹੁੰਦੀ ਹੈ। ਇਹ ਅਸੀਂ ਨੈਕਸਟ ਪੜ੍ਹਾਂਗੇ ਕਿਹੜੀ ਸਟੇਜ ਦੇ ਵਿੱਚ ਹੁੰਦੀ ਹੈ, ਕ੍ਰੋਸਿੰਗ ਓਵਰ ਹੁੰਦੀ ਹੈ। ਓਕੇ, ਸੋ ਨੈਕਸਟ ਸਟੇਜ ਆ ਜਾਂਦੀ ਤੁਹਾਡੀ ਪੈਚੇਟਿਨ। ਨੈਕਸਟ ਸਟੇਜ ਕਿਹੜੀ ਹੈ ਬੇਟਾ? ਪੈਚੇਟਿਨ ਆ ਜਾਂਦੀ ਹੈ। ਓਕੇ, ਪੈਚੇਟਿਨ ਦੇ ਵਿੱਚ ਹੁਣ ਕੀ ਹੋਣੀ ਹੈ? ਕ੍ਰੋਸਿੰਗ ਓਵਰ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਚਾਇਜ਼ਮਾ ਫਾਰਮੇਸ਼ਨ ਹੁੰਦੀ ਹੈ। ਆਹ ਦੇਖੋ, ਪੈਚੇਟਿਨ ਸਟੇਜ ਦੇ ਵਿੱਚ ਕੀ ਬਣਦਾ ਹੈ? ਚਾਇਜ਼ਮਾ ਫਾਰਮੇਸ਼ਨ ਹੁੰਦੀ ਹੈ। ਓਕੇ, ਐਂਡ ਦਾ ਐਕਸਚੇਂਜ ਆਫ ਇਹਦੇ ਵਿੱਚ ਹੀ ਜਿਹੜਾ ਐਕਸਚੇਂਜ ਜੈਨੇਟਿਕ ਮਟੀਰੀਅਲ ਆ ਉਹ ਐਕਸਚੇਂਜ ਹੁੰਦਾ ਇਹਨੂੰ ਐਂਜ਼ਾਈਮੈਟਿਕ ਪ੍ਰੋਸੈਸ ਬੋਲਦੇ ਆ। ਜਿਹੜੇ ਕਿਹੜੀ ਐਂਜ਼ਾਈਮ ਦੀ ਹੈਲਪ ਨਾਲ ਹੁੰਦਾ ਹੈ? ਰੀਕੰਬੀਨੇਜ਼ ਐਂਜ਼ਾਈਮ। ਓਕੇ, ਹੁਣ ਇਹਦਾ ਸਟਰਕਚਰ ਕਿਵੇਂ ਬਣਦਾ ਆ? ਆਹ ਦੇਖੋ, ਇੱਦਾਂ ਆਹ ਜਿਹੜੀ ਚੀਜ਼ ਹੈ ਨਾ ਬੇਟਾ, ਇਹ ਕੀ ਹੋ ਗਈ? ਇਹਨੂੰ ਅਸੀਂ ਡਾਰਕ ਲੈ ਲੈਂਦੇ, ਜਿਹਦੇ ਵਿੱਚ ਓਕੇ, ਸੋ ਇਹ ਤੁਹਾਡੇ ਕੋਲ ਆ ਗਿਆ, ਇਹ ਚਾਇਜ਼ਮਾ ਫਾਰਮੇਸ਼ਨ। ਇਹਨੂੰ ਕੀ ਕਹਿੰਦੇ ਅਸੀਂ? ਚਾਇਜ਼ਮਾ ਫਾਰਮੇਸ਼ਨ ਹੁੰਦੀ ਹੈ, ਜਿਹਦੇ ਵਿੱਚ ਜੈਨੇਟਿਕ ਮਟੀਰੀਅਲ ਜਿਹੜਾ ਉਹ ਕੀ ਕਰਦਾ ਹੈ? ਐਕਸਚੇਂਜ ਕਰਦਾ ਹੈ। ਓਕੇ, ਨੈਕਸਟ ਸਟੇਜ ਤੁਹਾਡੇ ਕੋਲ ਆ ਜਾਂਦੀ ਹੈ ਡਿਪਲੋਇਡਿਨ ਸਟੇਜ। ਔਰ ਡਿਪਲੋਇਡਿਨ ਸਟੇਜ ਦੇ ਵਿੱਚ ਜਿਹੜਾ ਸਨੈਪਟੋਨੇਮਲ ਕੰਪਲੈਕਸ ਬਣਿਆ ਸੀਗਾ 2 ਕ੍ਰੋਮੋਸੋਮਸ ਦੇ ਵਿੱਚ ਜਿਹੜਾ ਸਨੈਪਟੋਨੇਮਲ ਕੰਪਲੈਕਸ ਬਣਿਆ ਸੀਗਾ ਬੇਟਾ, ਠੀਕ ਹੈ, ਉਹਨੂੰ ਅਸੀਂ ਪ੍ਰੋਟੀਨ ਦਾ ਸਟਰਕਚਰ ਬੋਲਦੇ ਸੀ। ਆਹ ਜਿਹੜਾ ਇਹ ਕੀ ਕਰ ਜਾਂਦਾ? ਬ੍ਰੇਕ ਕਰ ਜਾਂਦਾ, ਠੀਕ ਹੈ। ਡਿਪਲੋਇਡਿਨ ਸਟੇਜ ਦੇ ਵਿੱਚ ਸਨੈਪਟੋਨੇਮਲ ਕੰਪਲੈਕਸ ਜਿਹੜਾ ਇਹ ਕੀ ਕਰਦਾ? ਬ੍ਰੇਕ ਕਰ ਜਾਂਦਾ। ਓਕੇ, ਔਰ ਹੋਮੋਲੋਗਸ ਕ੍ਰੋਮੋਸੋਮਸ ਜਿਹੜੇ ਆ ਉਹ ਕੀ ਹੋ ਜਾਂਦੇ ਆ? ਸੈਪਰੇਟ ਹੋ ਜਾਂਦੇ ਆ, ਠੀਕ ਹੈ। ਇਹਨੂੰ ਅਸੀਂ ਬੋਲਦੇ ਹਾਂ ਟਰਮੀਨਲਾਈਜੇਸ਼ਨ ਜਿਹੜੀ ਉਹ ਸਟਾਰਟ ਹੋ ਜਾਂਦੀ। ਓਕੇ, ਫਿਰ ਉਸ ਤੋਂ ਬਾਅਦ ਡਾਈਕਾਈਨੇਸਿਸ ਸਟੇਜ ਆਉਂਦੀ ਹੈ, ਠੀਕ ਹੈ। ਇਹ ਅਸੀਂ ਪ੍ਰੋਸੈਸ 1 ਦੀਆਂ ਸਾਰੀਆਂ ਸਟੇਜਿਸ ਪੜ੍ਹ ਰਹੇ ਹਾਂ ਇਸ ਅੱਗੇ ਤੱਕ। ਸੋ ਡਾਈਕਾਈਨੇਸਿਸ ਦੇ ਵਿੱਚ ਜਿਹੜੇ ਆ ਕ੍ਰੋਮੋਸੋਮਸ ਆ ਉਹ
ਉਹਦੇ ਵਿੱਚ ਸਪਿੰਡਲ ਫਾਈਬਰ ਹੁਣ ਦੇਖੋ ਉਹਦੇ ਵਿੱਚ ਸਾਰੀਆਂ ਚੀਜ਼ਾਂ ਉਹਦੀ ਜਿਹੜੀ ਮੈਂਬਰੇਨ ਹੁੰਦੀ ਨਿਊਕਲੀਅਰ ਮੈਂਬਰੇਨ ਉਹ ਡਿਸੋਸ਼ੀਏਟ ਕਰ ਜਾਣੀ। ਹੁਣ ਇੱਥੇ ਆ ਕੇ ਹੁਣ ਅਸੀਂ ਮਾਈਟੋਸਿਸ ਦੇ ਵਿੱਚ ਤਾਂ ਇੰਟਰਫੇਸ ਸਟੇਜ ਦੇ ਵਿੱਚ ਹੀ ਉਹ ਡਿਸੋਸ਼ੀਏਸ਼ਨ ਹੋ ਜਾਂਦੀ ਸੀ ਕਿ ਮੈਂਬਰੇਨ ਉਹਦੀਆਂ ਖਤਮ ਹੋ ਜਾਂਦੀ, ਬਟ ਇਹਦੀ ਇੱਥੇ ਡਾਈਕਨਾਈਸਿਸ ਸਟੇਜ ਦੇ ਵਿੱਚ ਆ ਕੇ ਜਿਹੜੀਆਂ ਮੈਂਬਰੇਨਸ ਆ ਉਹ ਡਿਸੋਸ਼ੀਏਟ ਕਰ ਜਾਂਦੀਆਂ, ਮਤਲਬ ਖਤਮ ਹੋ ਜਾਂਦੀਆਂ। ਐਸਟਰਸ ਦੀ ਫਾਰਮੇਸ਼ਨ ਹੋ ਜਾਂਦੀ ਹੈ, ਠੀਕ ਹੈ। ਸਪਿੰਡਲ ਫਾਈਬਰਸ ਬਣ ਜਾਂਦੇ ਆ। ਕ੍ਰੋਮੋਜ਼ੋਮਸ ਵਿਦ ਐਕਸਚੇਂਜ ਜੈਨੇਟਿਕ ਮਟੀਰੀਅਲ, ਇਹ ਸਾਰਾ ਕੁਛ ਹੁੰਦਾ ਇਹਦੇ ਵਿੱਚ। ਹੁਣ ਕਿੱਦਾਂ ਹੁੰਦਾ ਸਟਰਕਚਰ ਦੇਖੋ ਜਰਾ, ਆਹ ਸਟਰਕਚਰ ਆ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਐਨੀਮਲ ਸੈੱਲ ਦੀ ਗੱਲ ਕਰ ਰਹੇ ਹੋ ਨਾ, ਜਦੋਂ ਡਿਸੋਸ਼ੀਏਟ ਹੁੰਦੀ ਹੈ ਐਨੀਮਲ ਸੈੱਲ ਦੇ ਵਿੱਚ ਤੁਸੀਂ ਇੱਕ ਚੀਜ਼ ਬਣਾਉਣੀ ਹੈ ਸਭ ਤੋਂ ਪਹਿਲਾਂ, ਆਹ ਦੇਖੋ ਸੈਂਟਰੀਓਲ। ਕੀ ਬਣਾਓਗੇ ਇਹਨੂੰ, ਕੀ ਬੋਲੋਗੇ, ਸੈਂਟਰੀਓਲ ਬਣੂਗਾ, ਓਕੇ। ਔਰ ਇਹ ਜਿਹੜਾ ਸੈਂਟਰੀਓਲ ਦੋਨੋਂ ਪੋਲਸ 'ਤੇ ਬਣੂਗਾ। ਇਹ ਐਨੀਮਲ ਸੈੱਲ ਦੇ ਵਿੱਚ ਪ੍ਰੈਜੈਂਟ ਹੁੰਦਾ, ਪਲਾਂਟ ਸੈੱਲ ਦੇ ਵਿੱਚ ਇਹ ਐਬਸੈਂਟ ਹੁੰਦਾ। ਇਹ ਚੀਜ਼ ਇੰਪੋਰਟੈਂਟ ਨੋਟ ਕਰ ਲਿਓ। ਸੋ ਸੈਂਟਰੀਓਲ ਬਣ ਗਿਆ, ਉਸ ਤੋਂ ਬਾਅਦ ਸਪਿੰਡਲ ਫਾਈਬਰਸ ਫਾਰਮੇਸ਼ਨ ਕਰੋ, ਕੰਟੀਨਿਊਸ ਹੋ ਗਏ, ਜਿਹੜਾ ਪੂਰਾ ਹੈਗਾ ਅਟੈਚ ਇੱਕ ਦੂਜੇ ਨਾਲ, ਉਹਨੂੰ ਕੰਟੀਨਿਊਸ ਬੋਲਾਂਗੇ ਅਸੀਂ, ਠੀਕ ਹੈ। ਔਰ ਜਿਹੜੇ ਹੈਗੇ ਆ ਜਿਹਨਾਂ ਵਿੱਚ ਗੈਪ ਹੁੰਦਾ ਉਹ ਡਿਸਕੰਟੀਨਿਊਸ ਹੁੰਦਾ, ਓਕੇ। ਹੁਣ ਦੇਖੋ, ਹੁਣ ਕ੍ਰੋਮੋਜ਼ੋਮਸ ਜਿਹੜੇ ਆ ਉਹ ਤੁਹਾਡੇ ਸਾਹਮਣੇ ਹੋਊਗੇ। ਹੁਣ ਇਹ ਜਿਹੜੇ ਕ੍ਰੋਮੋਜ਼ੋਮਸ ਆ ਸੈਪਰੇਟ ਹੋ ਗਏ ਆ, ਆਹ ਡਿਪਲੋਇਡਿੰਗ ਸਟੇਜ ਦੇ ਵਿੱਚ ਜਿਹੜੇ ਕ੍ਰੋਮੋਜ਼ੋਮ ਸੀਗੇ ਉੱਥੇ ਸੈਪਰੇਟ ਹੋ ਜਾਂਦੇ ਆ, ਕਿਉਂਕਿ ਪ੍ਰੋਟੀਨ ਕੰਪਲੈਕਸ ਵੀ ਟੁੱਟ ਜਾਂਦਾ ਹੈ। ਸੋ ਆਪਾਂ ਨੇ ਇਹਦੇ ਵਿੱਚ ਕ੍ਰੋਮੋਜ਼ੋਮਸ ਇੱਦਾਂ ਬਣੂਗਾ ਤੁਹਾਡਾ ਇਹ ਵਾਲਾ, ਕਿਉਂਕਿ ਚੈਜ਼ਮਾ ਤੁਸੀਂ ਫਾਰਮੇਸ਼ਨ ਜਿਹੜੀ ਉਹ ਸ਼ੋਅ ਜ਼ਰੂਰ ਕਰਨੀ ਆ। ਚੈਜ਼ਮਾ ਜਿਹੜਾ ਬੌਂਡ ਬਣਦਾ ਹੁੰਦਾ ਉਹਨੂੰ ਸ਼ੋਅ ਜ਼ਰੂਰ ਕਰਨਾ। ਫਿਰ ਉਸ ਤੋਂ ਬਾਅਦ ਦੂਸਰਾ ਠੀਕ ਹੈ। ਦੈਨ ਉਸ ਤੋਂ ਬਾਅਦ ਮਤਲਬ 4 ਤੁਸੀਂ ਇੱਧਰ ਬਣਾਏ, ਇੱਕ ਆਹ 2 ਬਣਾ ਦੇਣੇ ਅਤੇ 2 ਆਹ ਬਣਾ ਦੇਣੇ। ਇਹ ਅਲੱਗ ਅਲੱਗ ਸਟਿੰਗਸ ਫਾਈਬਰਸ 'ਤੇ ਬਣਾ ਦੇਣੇ। ਇਹ ਕਿੱਥੇ ਬਣ ਜੂਗਾ, ਠੀਕ ਹੈ, ਔਰ ਇੱਕ ਆਹ ਵਾਲੀ 'ਤੇ ਬਣ ਜੂਗਾ। ਅੰਡਰਸਟੂਡ। ਸੋ ਇਹ ਜਿਹੜੇ ਆ ਇਹ ਫਾਈਬਰਸ 'ਤੇ ਫਾਰਮੇਸ਼ਨ ਹੋ ਜਾਂਦੀ ਆ, ਅਲੱਗ ਅਲੱਗ ਲਾਈਨ 'ਤੇ ਆ ਜਾਂਦੇ ਆ ਕ੍ਰੋਮੋਜ਼ੋਮਸ, ਅੰਡਰਸਟੂਡ ਹੈ। ਸੋ ਇਹ ਹੈਗੀ ਡਾਈਕਨਾਈਸਿਸ। ਹੁਣ ਬਸ ਇਹ ਇੰਪੋਰਟੈਂਟ ਚੀਜ਼ ਆ ਬੇਟਾ, ਇਹ ਸਬ ਸਟੇਜਿਸ ਜਿਹੜੀਆਂ ਹੈਗੀਆਂ, ਠੀਕ ਹੈ, ਇੱਕ ਵਾਰੀ ਰਿਵਾਈਜ਼ ਕਰ ਲਓ, ਇੱਕ ਵਾਰੀ ਰਿਪੀਟ ਕਰ ਲੈਣੇ ਆਪਾਂ ਦੁਬਾਰਾ। ਇੰਟਰਫੇਸ ਸਟੇਜ ਆ ਗਈ ਜਿਹਦੇ ਵਿੱਚ ਕ੍ਰੋਮੈਟਿਨ ਫਾਈਬਰਸ ਹੁੰਦੇ ਆ, ਠੀਕ ਹੈ। ਉਸ ਤੋਂ ਬਾਅਦ ਲੈਪਟੋਟੀਨ ਪਹਿਲੀ ਸਟੇਜ ਹੁੰਦੀ ਆ, ਕਿਹਦੀ ਹੁੰਦੀ ਆ, ਉਹ ਪ੍ਰੋਫੇਸ 1 ਦੀ ਪਹਿਲੀ ਸਟੇਜ ਲੈਪਟੋਟੀਨ, ਜਿਹਦੇ ਵਿੱਚ ਜਿਹੜੇ ਆ ਕ੍ਰੋਮੈਟਿਨ ਉਹ ਨਿਊਕਲੀਅਸ ਦੇ ਨਾਲ ਅਟੈਚ ਹੁੰਦੇ ਆ, ਦੇਖੋ, ਔਰ ਬੀਡ ਲਾਈਕ ਸਟਰਕਚਰ ਬਣ ਜਾਂਦੇ ਆ, ਠੀਕ ਹੈ। ਉਸ ਤੋਂ ਬਾਅਦ ਜ਼ਾਈਗੋਟਿਨ ਸਟੇਜ ਆਉਂਦੀ ਜਿਹਦੇ ਵਿੱਚ ਹੋਮੋਲੋਗਸ ਪੇਅਰਿੰਗ ਹੁੰਦੀ, ਜਿਹਨੂੰ ਅਸੀਂ ਬੋਲਦੇ ਹਾਂ ਸਨੈਪਸ, ਠੀਕ ਹੈ। ਔਰ ਇਹਨਾਂ ਵਿੱਚ ਹੋਮੋਲੋਗਸ ਪੇਅਰਿੰਗ ਜਿਹੜੀ ਆ ਉਹ ਕਿਹੜਾ ਸਿਨੈਪਟੋਨੈਮਲ ਕੰਪਲੈਕਸ ਹੁੰਦਾ ਆ, ਪ੍ਰੋਟੀਨ ਕੰਪਲੈਕਸ ਉਹਨੂੰ ਬੋਲਦੇ ਆ, ਨੈਟਵਰਕ ਬੋਲਦੇ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਜਿਹੜੇ ਕ੍ਰੋਮੋਜ਼ੋਮਸ ਆ ਚੈਜ਼ਮਾ ਫਾਰਮੇਸ਼ਨ ਹੁੰਦੀ ਆ, ਉਹ ਕਿੱਥੇ ਹੁੰਦੀ ਆ ਕੇ ਪੈਚੇਟਿਨ ਸਟੇਜ ਦੇ ਵਿੱਚ ਹੁੰਦੀ ਆ, ਠੀਕ ਹੈ। ਇਹ ਵੀ ਤੁਹਾਨੂੰ ਪਤਾ ਹੋਣਾ ਕਿਹੜਾ ਐਂਜ਼ਾਈਮ ਹੁੰਦਾ, ਰੀਕੰਬੀਨੇਜ਼ ਐਂਜ਼ਾਈਮ ਜਿਹੜਾ ਹੈਲਪ ਕਰਦਾ ਆ। ਔਰ ਚੈਜ਼ਮਾ ਫਾਰਮੇਸ਼ਨ ਹੁੰਦੀ ਕੀ ਆ, ਜਿਹਦੇ ਵਿੱਚ ਜੈਨੇਟਿਕ ਮਟੀਰੀਅਲ ਜਿਹੜਾ ਉਹ ਤੁਹਾਡਾ ਸਾਡੇ ਜਿਹੜੇ ਕ੍ਰੋਮੋਜ਼ੋਮਸ ਦਾ ਉਹ ਐਕਸਚੇਂਜ ਕਰਦਾ ਹੈ, ਓਕੇ। ਫਿਰ ਡਿਪਲੋਇਡਿੰਗ ਸਟੇਜ ਆ ਜਾਂਦੀ ਆ। ਡਿਪਲੋਇਡਿੰਗ ਸਟੇਜ ਦੇ ਵਿੱਚ ਸਨੈਪਟੋਗਨ ਬ੍ਰੇਕ ਕਰ ਜਾਂਦਾ, ਹੋਮੋਲੋਗਸ ਕ੍ਰੋਮੋਜ਼ੋਮ ਜਿਹੜੇ ਸੈਪਰੇਟ ਹੋ ਜਾਂਦੇ ਆ ਅਤੇ ਟਰਮੀਨਲਾਈਜੇਸ਼ਨ ਜਿਹੜੀ ਉਹ ਸਟਾਰਟ ਹੋ ਜਾਂਦੀ ਆ। ਜਦੋਂ ਟਰਮੀਨਲਾਈਜੇਸ਼ਨ ਸਟਾਰਟ ਹੁੰਦੀ ਆ, ਠੀਕ ਹੈ, ਉਸ ਤੋਂ ਬਾਅਦ ਜਿਹੜੀ ਮੈਂਬਰੇਨ ਆ ਨਿਊਕਲੀਅਸ ਉਹ ਡਿਸੋਸ਼ੀਏਟਸ ਕਰ ਗਈਆਂ ਜਾਂ ਹੋਰ ਔਰਗੇਨਾਈਜ਼ ਦੀਆਂ ਮੈਂਬਰੇਨ ਡਿਸੋਸ਼ੀਏਟ, ਐਸਟਰਸ ਦੀ ਫਾਰਮੇਸ਼ਨ ਹੋ ਜਾਂਦੀ ਆ ਇੱਥੇ, ਠੀਕ ਹੈ। ਸੈਂਟਰੀਓਲ ਦੇ ਅਲੱਗ ਅਲੱਗ ਪੋਜੀਸ਼ਨਸ 'ਤੇ ਚੱਲ ਜਾਂਦੇ ਆ, ਆਪੋਜਿਟ ਪੋਲਸ 'ਤੇ ਸਪਿੰਡਲ ਫਾਈਬਰਸ ਬਣ ਜਾਂਦੇ ਆ ਅਤੇ ਕ੍ਰੋਮੋਜ਼ੋਮਸ ਵਿਦ ਜਿਹੜੇ ਮਟੀਰੀਅਲ ਜਿਹੜਾ ਐਕਸਚੇਂਜ ਉਹ ਪਹਿਲਾਂ ਹੀ ਕੀਤਾ ਹੁੰਦਾ, ਠੀਕ ਹੈ ਨਾ। ਸੋ ਨੈਕਸਟ ਸਟੇਜ ਆ ਜਾਂਦੀ ਤੁਹਾਡੀ ਮੈਟਾਫੇਜ਼। ਹੁਣ ਆਉਂਦੀ ਆ, ਅਸੀਂ ਪ੍ਰੋਫੇਜ਼ ਪਹਿਲਾਂ ਪੜ੍ਹ ਲਈ ਆ, ਪ੍ਰੋਫੇਜ਼ ਦੀਆਂ ਸਬ ਸਟੇਜਿਸ ਵੀ ਪੜ੍ਹ ਲਈਆਂ ਆਪਾਂ ਨੇ। ਪ੍ਰੋਫੇਜ਼ ਵੀ ਹੈਵ ਡਨ, ਇਹਦੀਆਂ ਸਬ ਸਟੇਜਿਸ ਆ ਜਿਹੜੀਆਂ ਉਹ ਵੀ ਪੜ੍ਹ ਲਈਆਂ, 5 ਸੀਗੀਆਂ, ਲੈਪਟੋਟਿਨ, ਜ਼ਾਈਗੋਟਿਨ, ਪੈਚੇਟਿਨ, ਠੀਕ ਹੈ, ਡਿਪਲੋਇਡਿਨ ਅਤੇ ਡਾਈਕਨਾਈਸਿਸ, ਅੰਡਰਸਟੂਡ। ਇਹ ਹੋ ਗਿਆ। ਹੁਣ ਮੈਟਾਫੇਜ਼ ਸਟੇਜ ਆ ਜਾਓ ਬੇਟਾ ਤੁਹਾਡੀ। ਮੈਟਾਫੇਜ਼ ਸਟੇਜ ਦੇ ਵਿੱਚ ਆ ਜਾਂਦਾ 1, ਮੈਟਾਫੇਜ਼ 1। ਇਹਦੇ ਵਿੱਚ ਜਿਹੜੇ ਆ ਹੁਣ ਮਾਈਟੋਸਿਸ 1 ਦੇ ਵਿੱਚ ਵੀ ਇੱਕ ਗੱਲ ਯਾਦ ਰੱਖਿਓ, ਮਾਈਟੋਸਿਸ 1 ਦੇ ਵਿੱਚ ਵੀ ਬੇਟਾ ਆਹ ਦੇਖੋ, ਪਿਛਲੀ ਵੀਡੀਓ ਦੇਖ ਲੈਂਦੇ ਅਸੀਂ।
ਮਾਈਟੋਸਿਸ। ਹਾਂ, ਮਾਈਟੋਸਿਸ ਦੇ ਵਿੱਚ ਮਾਈਟੋਸਿਸ ਤਾਂ ਇਕੱਲੀ ਹੁੰਦੀ 1 2 ਵਿੱਚ ਕੁਛ ਸੀਗਾ ਨਹੀਂ। ਮਾਈਟੋਸਿਸ ਦੇ ਵਿੱਚ ਵੀ ਆ ਦੇਖੋ ਮੈਟਾਫੇਜ਼ ਜਿਹੜੀ ਸਟੇਜ ਆ ਉਹਦੇ ਜਿਹੜੇ ਕ੍ਰੋਮੋਜ਼ੋਮ ਇਕੁਟੋਰੀਅਲ ਲਾਈਨ 'ਚ ਆ ਗਏ ਸੈਂਟਰ 'ਚ। ਠੀਕ ਹੈ, ਹੁਣ ਇੱਦਾਂ ਹੀ ਜਿਹੜੇ ਆ ਮਿਓਸਿਸ ਦੇ 1 ਦੇ ਵਿੱਚ ਵੀ ਕੀ ਹੁੰਦਾ ਆ, ਮੈਟਾਫੇਜ਼ 1 ਜਿਹੜੀ ਸਟੇਜ ਆ ਉਹਦੇ ਵਿੱਚ ਜਿਹੜੇ ਕ੍ਰੋਮੋਜ਼ੋਮਸ ਆ ਉਹ ਇਕੁਟੋਰੀਅਲ ਲਾਈਨ 'ਚ ਆ ਗਏ। ਠੀਕ ਹੈ, ਬਟ ਬਸ ਇੱਕ ਗੱਲ ਡਿਫਰੈਂਸ ਆ ਬੇਟਾ, ਇਹ 'ਚ ਹੋਮੋਲੋਗਸ ਪੇਅਰ ਕ੍ਰੋਮੋਜ਼ੋਮਸ ਆ, ਬਸ ਇਹ ਮੇਨ ਗੱਲ ਆ। ਹੋਮੋਲੋਗਸ ਜਿਹੜੇ ਆ ਕ੍ਰੋਮੋਜ਼ੋਮ ਪੇਅਰ 'ਚ ਸੀਗੇ। ਠੀਕ ਹੈ, ਔਰ ਇਹਦੇ ਵਿੱਚ ਆ ਦੇਖੋ ਇਕੁਟੋਰੀਅਲ ਲਾਈਨ 'ਚ ਆ ਗਏ। ਦੈਨ ਉਸ ਤੋਂ ਬਾਅਦ ਐਨਾਫੇਜ਼ ਸਟੇਜ ਦੇ ਵਿੱਚ 1 ਦੇ ਵਿੱਚ ਇਹ ਦੋਨੇ ਇੱਕ ਦੂਜੇ ਇੱਧਰ ਨੂੰ ਮੂਵ ਕਰਦੇ ਆ, ਇਹ ਪੋਲ ਦੇ ਵੱਲ ਨੂੰ। ਠੀਕ ਹੈ, ਔਰ ਹੁਣ ਇਹਦੇ ਵਿੱਚ ਇੱਕ ਹੋਰ ਡਿਫਰੈਂਸ ਆ, ਮਾਈਟੋਸਿਸ ਦੇ ਵਿੱਚ ਜਿਹੜਾ ਸੈਂਟਰੋਮੀਅਰ ਉਹ ਸਪਲਿਟ ਕਰ ਜਾਂਦਾ ਹੈ। ਸਪੋਜ਼ ਕਰ ਲਓ ਆ ਕ੍ਰੋਮੋਜ਼ੋਮ ਸੀਗਾ। ਠੀਕ ਹੈ, ਇਹਦੇ ਵਿੱਚ ਤਾਂ ਪੇਅਰਿੰਗ ਇਹ ਮਿਓਸਿਸ 1 ਦੀ ਮੈਂ ਬਣਾਇਆ, ਮਾਈਟੋਸਿਸ ਦੇ ਵਿੱਚ ਇੱਦਾਂ ਸੀਗਾ ਕ੍ਰੋਮੋਜ਼ੋਮ। ਠੀਕ ਹੈ, ਹੁਣ ਜਦੋਂ ਇਹਨੇ ਮਾਈਟੋਸਿਸ ਦੇ ਵਿੱਚ ਜਿਹੜਾ ਕ੍ਰੋਮੋਜ਼ੋਮ ਆ ਉਹ ਸਪਲਿਟ ਕਰ ਜਾਂਦਾ ਸੀਗਾ, ਕਿੱਥੋਂ, ਆ ਸੈਂਟਰ 'ਚੋਂ। ਆਹ ਚੀਜ਼ ਇੱਧਰ ਚਲ ਜਾਂਦੀ ਸੀ, ਆ ਇੱਧਰ ਆ ਜਾਂਦੀ ਮਾਈਟੋਸਿਸ ਦੇ ਵਿੱਚ। ਬਟ ਇਹਦੇ ਵਿੱਚ ਸਪਲਿਟ ਨਹੀਂ ਕਰਦਾ, ਇਹਦੇ ਵਿੱਚ ਪੂਰਾ ਪਾਰਟ ਜਿਹੜਾ ਉਹ ਇੱਧਰ ਚਲ ਜਾਂਦਾ ਅਤੇ ਆ ਇੱਧਰ ਆ ਜਾਂਦਾ। ਅਤੇ ਜੇ ਹੁਣ ਸਪਲਿਟ ਨਹੀਂ ਕਰੂਗਾ, ਠੀਕ ਆ, ਹੁਣ ਮਾਈਟੋਸਿਸ ਦੇ ਵਿੱਚ ਆ ਜਿਹੜਾ ਗੈਪ ਸੀਗਾ, ਆਹ ਵਾਲਾ ਗੈਪ ਜਿਹੜਾ ਸੀਗਾ, ਇਹ ਗੈਪ ਨੂੰ ਅਸੀਂ ਬੋਲਦੇ ਸੀ ਇੰਟਰਜ਼ੋਨਲ ਫਾਈਬਰ। ਇੰਟਰਜ਼ੋਨਲ ਫਾਈਬਰ। ਠੀਕ ਹੈ, ਸੋ ਇੰਟਰਜ਼ੋਨਲ ਫਾਈਬਰ ਜਿਹੜਾ ਆ ਇਹ ਫੋਰਮਡ ਹੁੰਦਾ ਸੀਗਾ ਕਿਹਦੇ ਵਿੱਚ, ਮਾਈਟੋਸਿਸ ਦੇ, ਕਿਉਂਕਿ ਉੱਥੇ ਸੈਂਟਰੋਮੀਅਰ ਸਪਲਿਟ ਕਰਦਾ ਸੀ। ਬਟ ਐਨਾਫੇਜ਼ 1 ਮਿਓਸਿਸ 1 ਦੀ ਸਟੇਜ ਵਿੱਚ ਨਾ ਕੋਈ ਇੱਥੇ ਇਹਦੇ ਵਿੱਚ ਸੈਂਟਰੋਮੀਅਰ ਸਪਲਿਟ ਹੁੰਦਾ ਅਤੇ ਨਾ ਹੀ ਇਹਦੇ ਵਿੱਚ ਇੰਟਰਜ਼ੋਨਲ ਫਾਈਬਰ ਫਾਰਮੇਸ਼ਨ ਹੁੰਦੀ ਹੈ। ਓਕੇ ਬੇਟਾ, ਨੈਕਸਟ ਸਟੇਜ ਆ ਜਾਂਦੀ ਹੈ ਤੁਹਾਡੀ, ਨੈਕਸਟ ਸਟੇਜ ਆ ਜਾਂਦੀ ਆ ਟੀਲੋਫੇਜ਼ 1। ਠੀਕ ਹੈ, ਟੀਲੋਫੇਜ਼ 1 ਜਿਹੜੀ ਹੈਗੀ ਆ ਉਹਦੇ ਵਿੱਚ ਦੁਬਾਰਾ ਇਨਵੈਜੀਨੇਸ਼ਨ ਅੰਦਰ ਨੂੰ ਹੋਣੀ ਸ਼ੁਰੂ ਹੋ ਜਾਂਦੀ ਆ ਮੈਂਬਰੇਨ ਦੀ, ਔਰ ਨਿਊਕਲੀਅਰ ਮੈਂਬਰੇਨ ਦੁਬਾਰਾ ਅਪੀਅਰ ਕਰ ਜਾਂਦੀ ਹੈ, ਕਿਉਂਕਿ 2 ਕ੍ਰੋਮੋਜ਼ੋਮ ਆ ਇੱਧਰ ਚੱਲ ਗਏ, ਆ ਇੱਧਰ ਚੱਲ ਗਏ ਸੀਗੇ, ਅਤੇ ਆਹ 2 ਦੇਖੋ ਮੈਂਬਰੇਨ ਫਾਰਮੇਸ਼ਨ ਹੋ ਗਈ। ਕ੍ਰੋਮੋਜ਼ੋਮ ਦੁਬਾਰਾ ਡੀਕੰਡੈਂਸਡ ਹੋ ਗਏ, ਸਪਿੰਡਲ ਫਾਈਬਰ ਫਿਰ ਦੁਬਾਰਾ ਡਿਸਅਪੀਅਰ ਹੋ ਗਈ। ਠੀਕ ਹੈ, ਸਾਈਟੋਕਾਈਨੇਸਿਸ 1 ਲਾਸਟ, ਜਿਹਦੇ ਵਿੱਚ ਸਾਈਟੋਪਲਾਜ਼ਮ ਡਿਵਾਈਡ ਕਰ ਜਾਂਦਾ ਆਪਸ, ਅਤੇ ਅਲੱਗ-ਅਲੱਗ ਜਿਹੜੇ ਇਹ 1 ਤੋਂ ਕਿੰਨੇ ਬਣ ਜਾਂਦੇ 2। ਠੀਕ ਹੈ, ਹੁਣ ਇਹੀ ਜਿਹੜੇ ਹੁਣ ਮੈਂ ਇੱਕ ਸਟਾਰਟਿੰਗ 'ਚ ਗੱਲ ਦੱਸ ਕੇ ਹਟਿਆ ਸੀਗਾ ਇੰਟਰਕਾਈਨੇਸ ਸਟੇਜ, ਇੱਥੋਂ ਇੰਟਰਕਾਈਨੇਸ ਸਟੇਜ ਸਟਾਰਟ ਹੁੰਦੀ ਆ। ਹੁਣ ਇੰਟਰਕਾਈਨੇਸ, ਕਿਉਂਕਿ ਪਹਿਲਾਂ ਅਸੀਂ ਇੰਟਰਫੇਸ ਪੜ੍ਹਦੇ ਹੁੰਦੇ ਸੀ, ਹੁਣ ਇੰਟਰਕਾਈਨੇਸ ਸਟੇਜ ਆ ਦੇਖੋ, ਇੰਟਰਕਾਈਨੇਸ ਸਟੇਜ ਜਿਹੜੀ ਆ ਉਹ ਸਟਾਰਟ ਹੋ ਗਈ ਹੈ ਇਸ ਤੋਂ ਅੱਗੇ। ਠੀਕ ਹੈ, ਇਹੀ ਦੋਨੇ ਸੈੱਲ ਅੱਗੇ ਮੂਵ ਫਾਰਵਰਡ ਕਰਨਗੇ, ਜਿਹਦੇ ਵਿੱਚ ਕੀ ਹੋਊਗੀ ਤੁਹਾਡੀ ਮਿਓਸਿਸ 2 ਇਹਨਾਂ ਦੇ ਵਿੱਚ। ਹੁਣ ਇਹ 2 ਤੋਂ ਅੱਗੇ ਜਾ ਕੇ ਕਿੰਨੇ ਬਣਨੇ, 4 ਬਣਨੇ ਬੇਟਾ, ਇਹਨੇ ਡਿਵੀਜ਼ਨ ਆ। ਠੀਕ ਹੈ, ਹੁਣ ਦੇਖੋ ਨੈਕਸਟ ਹੈ ਨਾ ਅੱਗੇ, ਹੁਣ ਨੈਕਸਟ ਸਟੇਜ ਦੇ ਵਿੱਚ ਸੇਮ ਟੂ ਸੇਮ ਉਹੀ ਪ੍ਰੋਸੈਸ ਆ ਬੇਟਾ ਸਾਰਾ ਕੁਛ। ਠੀਕ ਹੈ, ਕੋਈ ਚੇਂਜਿਸ ਨਹੀਂ ਆਉਣੀਆਂ, ਇਹ 2 ਤੋਂ ਅੱਗੇ 4 ਹੋਣਗੇ। ਠੀਕ ਹੈ, ਅਤੇ ਤੁਸੀਂ ਕੀ ਕਰਨਾ, ਪ੍ਰੋਫੇਜ਼ ਉਹੀ ਪਹਿਲੀ ਸਟੇਜ ਕਿਹੜੀ ਆਊਗੀ ਤੁਹਾਡੀ, ਪ੍ਰੋਫੇਜ਼ 2 ਆਊਗੀ। ਠੀਕ ਹੈ, ਪ੍ਰੋਫੇਜ਼ 2 ਦੇ ਵਿੱਚ ਜਿਹੜੇ ਆ ਉਹ ਕ੍ਰੋਮੋਜ਼ੋਮਸ ਕੀ ਕਰਨਗੇ, ਉਹਨਾਂ ਦੇ ਵਿੱਚ ਡਿਵਾਈਡ, ਇਹਨਾਂ ਦੋਨਾਂ ਦੇ ਵਿੱਚ ਹੁਣ ਚੱਲੂਗਾ, ਦੋਨੇ ਪੈਰਲਲ ਚੱਲੂਗੇ ਇੱਦਾਂ। ਇਹ ਹੈਗੀ ਪ੍ਰੋਫੇਜ਼ 2। ਠੀਕ ਹੈ, ਪ੍ਰੋਫੇਜ਼ 2 ਦੇ ਵਿੱਚ ਫਿਰ ਜਿਹੜੇ ਕ੍ਰੋਮੋਜ਼ੋਮਸ ਆ ਉਹ ਹੌਰੀਜ਼ੈਂਟਲੀ ਇੱਦਾਂ ਇਹ ਸਟਰਕਚਰ ਬਣ ਜੂਗਾ, ਸੈਂਟਰੀਓਲ ਹੋ ਗਏ, ਇੱਥੋਂ ਆ ਗਏ। ਠੀਕ ਹੈ, ਓਕੇ, ਔਰ ਜਿਹੜੇ ਕ੍ਰੋਮੋਜ਼ੋਮਸ ਆ ਇੱਥੇ ਅਟੈਚ, ਅੰਡਰਸਟੂਡ, ਇੱਦਾਂ ਦੇ ਇੱਦਾਂ ਹੀ ਇੱਧਰ ਬਣੂਗਾ। ਠੀਕ ਹੈ, ਇੱਦਾਂ ਹੀ ਜਿਹੜੇ ਕ੍ਰੋਮੋਜ਼ੋਮਸ ਆ ਇੱਧਰ ਬਣੂਗੇ, ਅੰਡਰਸਟੂਡ। ਸੋ ਇਹਦੇ ਵਿੱਚ ਹੁਣ ਕੀ ਹੋਗਾ, ਨਿਊਕਲੀਅਰ ਮੈਂਬਰ ਡਿਸਅਪੀਅਰ ਫੇਰ ਹੋ ਜੂਗੀ, ਨੋਟ ਕਰ ਸਕਦੇ ਜੇ ਤੁਸੀਂ ਲਿਖਣਾ, ਤੇ ਜਿਹੜੀ ਨਿਊਕਲੀਅਰ ਮੈਂਬਰੇਨ ਆ ਉਹ ਡਿਸਅਪੀਅਰ ਹੋ ਜਾਣੀ ਆ। ਸਪਿੰਡਲ ਫਾਈਬਰਸ, ਐਸਟਰ ਰੇਸ
ਉਹ ਦੁਬਾਰਾ ਅਪੀਅਰ ਹੋ ਜਾਣੇ ਆ। ਸਾਹ ਦੇਖ ਲਓ, ਸਪਿੰਡਲ ਫਾਈਬਰ ਵੀ ਬਣ ਗਏ, ਐਸਟਰੀਜ਼ ਵੀ, ਸੈਂਟਰੀਓਲ ਵੀ ਬਣ ਗਏ, ਅਤੇ ਕਰੋਮੈਟਿਨ ਫਾਈਬਰ ਜਿਹੜੇ ਆ ਕੰਡੈਂਸ ਹੋ ਜਾਂਦੇ ਆ। ਆ ਦੇਖੋ ਪਹਿਲਾਂ ਲਾਸਟ 'ਚ ਤੁਸੀਂ ਦੇਖਿਆ ਨਾ ਸਾਈਟੋਕਾਈਨੇਸਿਸ ਸਟੇਜ ਜਿਹੜੀ ਆ, ਉਹ 'ਚ ਕਰੋਮੈਟਿਨ ਫਾਈਬਰਸ ਬਣੇ ਸੀਗੇ, ਉਹ ਦੁਬਾਰਾ ਕਿਤੇ ਚੇਂਜ ਹੋ ਗਏ, ਉਹ ਕੰਡੈਂਸਡ ਹੋ ਗਏ ਅਤੇ ਕ੍ਰੋਮੋਸੋਮ ਬਣ ਗਏ। ਸੋ ਇਹ ਦੁਬਾਰਾ ਪ੍ਰੋਸੈਸ ਚੱਲਣ ਲੱਗ ਪੈਣਾ। ਫਿਰ ਮੈਟਾਫੇਜ਼ 2 ਸਟੇਜ ਲਾ ਲਓ। ਠੀਕ ਹੈ ਬੇਟਾ, ਸੈਕਿੰਡ ਸਟੇਜ ਕਿਹੜੀ ਆ? ਮੈਟਾਫੇਜ਼ 2 ਲੈਣੀ। ਹੁਣ ਮੈਟਾਫੇਜ਼ 2 ਸਟੇਜ ਹੈ ਨਾ ਜਿਹੜੀ, ਉਹ ਕਿੱਦਾਂ ਕਰਨੀ ਹੈ ਤੁਸੀਂ? ਜਿੱਦਾਂ ਹੁਣ ਦੇਖੋ ਤੁਹਾਡੇ ਸਾਹਮਣੇ ਮੈਟਾਫੇਜ਼ 1 ਪਈ ਆ। ਮੈਟਾਫੇਜ਼ 1 ਦੇ ਵਿੱਚ ਜਿਹੜੇ ਕ੍ਰੋਮੋਸੋਮ ਆ ਇਕੁਟੋਰੀਅਲ ਲੇਨ 'ਤੇ ਪ੍ਰੈਜੈਂਟ ਆ, ਇਕੁਟੋਰੀਅਲ ਲੇਨ 'ਤੇ ਆ, ਇਕੁਟੋਰੀਅਲ ਲੇਨ 'ਤੇ ਆ। ਹੁਣ ਉਸੇ ਤਰ੍ਹਾਂ ਹੁਣ ਇਹਦੇ ਵਿੱਚ ਆ ਜਾਣੀ ਆ। ਆਹ ਦੇਖੋ, ਠੀਕ ਹੈ, ਆਹ ਸੈਂਟਰੀਓਲ ਆ, ਠੀਕ ਹੈ ਤੁਹਾਡੇ ਸਾਹਮਣੇ। ਉਸੇ ਤਰ੍ਹਾਂ ਇਹ ਦੋਨੇ ਸਟਰਕਚਰ ਸੇਮ ਹੀ ਆ, ਸਟਰਕਚਰ ਬੇਟਾ ਸੇਮ ਹੋਣਾ, ਕੋਈ ਡਿਫਰੈਂਸ ਨਹੀਂ ਹੋਣਾ। ਇਹ ਦੋਨੇ ਇਕੁਟੋਰੀਅਲ ਲਾਈਨ 'ਤੇ ਆਏ ਨੇ, ਦੋਨੇ ਬਰਾਬਰ ਆ ਗਏ। ਇੱਦਾਂ ਹੀ ਇਹਦੇ ਵਿੱਚ ਆਏ ਨੇ ਬਰਾਬਰ, ਸੇਮ ਟੂ ਸੇਮ। ਠੀਕ ਹੈ, ਹੁਣ ਇਹਦੇ ਵਿੱਚ ਤੁਸੀਂ ਲਿਖ ਲਓ, ਇਹਦੇ ਵਿੱਚ ਕ੍ਰੋਮੋਜ਼ੋਮ ਔਨ ਇਕੁਟੋਰੀਅਲ ਪਲੇਨ ਆ ਗਏ, ਪਹਿਲਾ ਪੁਆਇੰਟ। ਦੂਜਾ ਪੁਆਇੰਟ, ਸਪਿੰਡਲ ਫਾਈਬਰ ਅਟੈਚ ਟੂ ਸੇਮ ਕਨਾਈਟੋਕੋਰ, ਸਪਿੰਡਲ ਫਾਈਬਰ ਅਟੈਚ ਟੂ ਸੇਮ ਕਨਾਈਟੋਕੋਰ। ਠੀਕ ਹੈ, ਕਿਉਂਕਿ ਆਹ ਦੇਖੋ, ਆਹ ਜਿਹੜਾ ਸਪਿੰਡਲ ਫਾਈਬਰ ਹੁੰਦਾ ਇੱਦਾਂ, ਆਹ ਕ੍ਰੋਮੋਜ਼ੋਮ ਸੀਗਾ, ਇਹਦੇ ਸੇਮ ਕਨੈਟੋਕੋਰ, ਕਨੈਟੋਕੋਰ ਜਿਹੜਾ ਸੈਂਟਰ ਵਾਲਾ ਪਾਰਟ ਹੁੰਦਾ, ਇਸ ਸਪਿੰਡਲ ਫਾਈਬਰ ਦੋਨਾਂ ਦੇ ਸੇਮ 'ਤੇ ਅਟੈਚ ਆ। ਓਕੇ, ਨੈਕਸਟ ਸਟੇਜ ਆ ਜਾਂਦੀ ਹੈ ਬੇਟਾ ਤੁਹਾਡੀ ਐਨਾਫੇਜ਼ 2 ਆ ਜਾਂਦੀ ਹੈ ਅੱਗੇ। ਆ ਐਨਾਫੇਜ਼ 1 ਆ, ਮਿਓਸਿਸ 1 ਦੀ। ਹੁਣ ਐਨਾਫੇਜ਼ 2 ਅਸੀਂ ਕਰਾਂਗੇ, ਕਿਉਂਕਿ ਅਸੀਂ ਮਿਓਸਿਸ 2 ਕਰ ਰਹੇ ਹਾਂ। ਉਹਦੇ ਵਿੱਚ ਫਿਰ ਇਹ ਐਨਾਫੇਜ਼ 1 ਦੇ ਵਿੱਚ ਅਲੱਗ ਹੋ ਗਏ ਸੀਗੇ, ਇੱਦਾਂ ਹੀ ਐਨਾ 2 ਫੇਜ਼ ਦੇ ਵਿੱਚ ਇਹ ਐਨਾਫੇਜ਼ 2 ਸਟੇਜ ਦੇ ਵਿੱਚ ਇਹ ਦੋਨੇ ਚੀਜ਼ਾਂ ਕੀ ਹੋ ਜਾਣੀਆਂ? ਅਲੱਗ ਹੋ ਜਾਣੀਆਂ। ਓਕੇ ਬੇਟਾ, ਅਲੱਗ ਹੋ ਗਏ। ਇਹ ਚੀਜ਼ ਇੱਧਰ ਨੂੰ ਮੂਵ ਕਰ ਜਾਣੀ ਆ, ਅਤੇ ਆਹ ਚੀਜ਼ ਇੱਧਰ ਨੂੰ ਸੈਂਟਰੀਓਲਸ ਵੱਲ ਨੂੰ ਮੂਵ ਕਰ ਜਾਣੀ। ਠੀਕ ਹੈ, ਅੰਡਰਸਟੂਡ ਆ। ਔਰ ਇਹਦੇ ਵਿੱਚ ਕਨਾਈਟੋਕੋਰ ਜਿਹੜਾ, ਇਹਦੇ ਵਿੱਚ ਵੀ ਸੇਮ ਹੋਣਾ ਬੇਟਾ, ਆਹ ਸੇਮ ਆ ਜੋ ਇਹ 'ਚ ਹੋਇਆ। ਹੁਣ ਇਹਦੇ ਵਿੱਚ ਕਨਾਈਟੋਕੋਰ ਜਿਹੜਾ ਉਹ ਸਪਲਿਟ ਕਰ ਜੂਗਾ। ਕਨਾਈਟੋਕੋਰ ਨੇ ਕੀ ਕਰ ਜਾਣਾ? ਸਪਲਿਟ ਕਰ ਜਾਣਾ। ਜਿਸ ਕਨਾਈਟੋਕੋਰ ਸਪਲਿਟ ਕਰ ਗਿਆ, ਇਹਨਾਂ ਦੋਨਾਂ ਵਿੱਚ ਗੈਪ ਹੋ ਗਿਆ ਬੇਟਾ, ਆਹ ਵਾਲਾ, ਆਹ ਗੈਪ ਆ ਗਿਆ ਨਾ, ਆਹ ਗੈਪ ਆ ਗਿਆ। ਇਹ ਗੈਪ ਨੂੰ ਅਸੀਂ ਕੀ ਬੋਲਾਂਗੇ? ਇੰਟਰਜ਼ੋਨਲ ਫਾਈਬਰ। ਹੁਣ ਲੱਗ ਗਈ ਸਮਝ? ਐਨਾਫੇਜ਼ 1, ਮਿਓਸਿਸ 1, ਐਨਾਫੇਜ਼ 1, ਉਹਦੇ ਵਿੱਚ ਕੋਈ ਸਪਲਿਟਿੰਗ ਨਹੀਂ ਹੋਈ ਸੀ, ਆਹ ਤੁਹਾਡੇ ਸਾਹਮਣੇ ਆ। ਠੀਕ ਹੈ, ਆਹ ਦੇਖੋ, ਨੋ ਇੰਟਰਜ਼ੋਨਲ ਫਾਈਬਰ ਹੋਇਆ, ਬਟ ਇਹਦੇ ਵਿੱਚ ਸਪਲਿਟਿੰਗ ਹੋਊਗੀ ਅਤੇ ਇੰਟਰਜ਼ੋਨਲ ਫਾਈਬਰ ਵੀ ਬਣੂਗਾ। ਇਹ ਡਿਫਰੈਂਸਿਸ ਆ। ਬਾਕੀ ਸਾਰਾ ਪ੍ਰੋਸੈਸ ਬੇਟਾ ਸੇਮ ਆ। ਠੀਕ ਆ, ਲਾਸਟ ਦੇ ਵਿੱਚ ਤੁਹਾਡੇ ਕੋਲ ਟੀਲੋਫੇਜ਼ 2 ਆ ਜਾਂਦੀ ਆ। ਟੀਲੋਫੇਜ਼ 2 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕਰਨਾ। ਉਹਦੇ ਵਿੱਚ ਫਿਰ ਕੀ ਕਹਿੰਦੇ ਆ, ਨਿਊਕਲੀਅਰ ਦੀ ਡਿਵੀਜ਼ਨ ਹੋਊਗੀ। ਠੀਕ ਹੈ, ਇੱਦਾਂ ਇਨਵੈਜੀਨੇਸ਼ਨ ਸਟਾਰਟ ਹੋ ਜੂਗੀ ਅੰਦਰ ਨੂੰ। ਠੀਕ ਹੈ, ਅਤੇ ਨਿਊਕਲੀਅਸ ਨੇ ਫਿਰ ਥ੍ਰੈਡ ਲਾਈਕ ਸਟਰਕਚਰ ਬਣ ਜਾਣਾ 2। ਫਿਰ ਆ ਗਈ, ਇਹਦੇ ਤੁਸੀਂ ਲਿਖ ਸਕਦੇ ਹਾਂ ਨਿਊਕਲੀਅਰ ਮੈਂਬਰੇਨ ਰੀਅਪੀਅਰ, ਪਹਿਲਾ ਪੁਆਇੰਟ ਟੀਲੋਫੇਜ਼ 2 ਦੇ ਵਿੱਚ। ਸਪਿੰਡਲ ਫਾਈਬਰ ਐਸਟਰ ਡਿਸਅਪੀਅਰ ਹੋ ਜਾਣੇ, ਕਿਉਂਕਿ ਉਹ ਖਤਮ ਹੋ ਗਏ। ਅਤੇ ਕ੍ਰੋਮੋਜ਼ੋਮ ਚੇਂਜ ਟੂ ਕਰੋਮੈਟਿਨ, ਕ੍ਰੋਮੋਜ਼ੋਮ ਕਿਹਦੇ ਵਿੱਚ ਬਦਲ ਗਏ? ਕਰੋਮੈਟਿਨ ਫਾਈਬਰਸ ਦੇ ਵਿੱਚ। ਓਕੇ ਜੀ, ਔਰ ਤੁਹਾਡੀ ਲਾਸਟ ਸਟੇਜ ਹੈਗੀ ਹੈ ਫਿਰ ਬੇਟਾ ਸਾਈਟੋਕਾਈਨੇਸਿਸ। ਠੀਕ ਹੈ, ਸਾਈਟੋਕਾਈਨੇਸਿਸ ਦੇ ਵਿੱਚ ਹੁਣ ਦੇਖੋ, ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਮੈਂ, ਉਹ ਦੋਨੇ ਚੀਜ਼ਾਂ 2 ਅਲੱਗ ਅਲੱਗ ਬਣ ਗਈਆਂ। ਠੀਕ ਹੈ, ਆਹ ਚੀਜ਼ ਬਣ ਗਈ ਤੁਹਾਡੇ ਕੋਲ। ਠੀਕ ਹੈ, 2 ਕਿੰਨੇ ਬਣ ਗਏ ਬੇਟਾ? ਇਹ 4 ਬਣ ਗਏ। 4 ਡਾਟਰ ਸੈਲਸ ਤੁਹਾਡੇ ਕੋਲ ਫਾਰਮੇਸ਼ਨ ਹੋ ਗਈ। ਓਕੇ, ਸੋ ਇਹ ਬੇਟਾ ਤੁਹਾਡਾ ਕੰਪਲੀਟ ਹੋ ਗਿਆ ਤੁਹਾਡਾ ਚੈਪਟਰ। ਠੀਕ ਹੈ, ਸੋ ਸਿਗਨੀਫੀਕੈਂਸ ਤੁਸੀਂ ਕਰ ਸਕਦੇ ਹੋ ਮਿਓਸਿਸ ਦੀ।
सिग्नीफिकेंस दोनों चीज़ां लिख लियो ये सिग्नीफिकेंस ऑफ मियोसिस। ये सब तो पहला पॉइंट लिखना गैमेट्स की फॉर्मेशन होंदी है। कादी फॉर्मेशन होंदी है? गैमेट्स की। दूजा पॉइंट हैगा बेटा हैल्प्स इन मेनटेनिंग स्पीशीज स्पैसिफिक क्रोमोसोम नंबर। हैल्प्स इन मेनटेनिंग स्पीशीज स्पैसिफिक क्रोमोसोम नंबर मीनस उन्होंने जोड़ा क्रोमोसोम नंबर वो चेंज नहीं होंगे होंगे जिदा पेल एक एग हो गया एक स्पाम हो गया। हुण एग दे 23 क्रोमोसोम तो स्पाम दे 23 दोने मिल के बेटा दोने मिल के किन्ने बनाउणगे 46 क्रोमोसोम बनते हैं। ठीक है सो जिहड़ियां क्रोमोसोम नंबरस होंदे वो चेंज नहीं होंदे होंदे आ। ठीक है हुण ये भी गल तुहानूं पता लग गई है अंडरस्टूड है क्योंकि पहला भी दस चुका मैं तुहानूं जे हुण तुहानूं एक गल पता नहीं 2 तो 4 बने तुहाडे कोल मियोसिस 2 दे विच बेटा तुहाडे कोल किन्ने बने मियोसिस 2 विच तुहाडे कोल 4 डॉटर सैल्स बनियां 4 डॉटर सैल्स बनियां ना। ठीक है हुण 4 डॉटर सैल्स बनियां जे तुहाडे कोल इट मीनस ये की होगी इक्वेशनल डिवीजन आ ये किहड़ी आ इक्वेशनल डिवीजन आ अंडरस्टूड है। तो मियोसिस 1 जिहड़ी सीगी वो किहड़ी सीगी रिडक्शनल डिवीजन। ठीक है क्योंकि उन्हां विचों 4 तो किन्ने बनते आ 2 अंडरस्टूड। सो ये डायग्राम्स तुहानूं कोई भी डायग्राम आ सकती पेपर च कोई भी कली भी हो सकता कि प्रोफेज 1 की डायकाइनेसिस स्टेज दसो। ठीक है प्रोफेज 2 की स्टेज मियोसिस 2 की। ठीक है ना कोई भी क्वेश्चन आ सकता सो ये लेटर ऑन असीं क्वेश्चन ये डिस्कस कर लाँगे। ओके जी सो दिस इज़ कंप्लीट योर चैप्टर। सो बेटा प्लीज़ इस चैप्टर में थॉरो जोड़ा वो अपना करो कंप्लीट हो गया तुहाडा चैप्टर ये तो विद डायग्राम्स करना है सिग्नीफिकेंस करना है। ठीक है दोबारा वही चीज़ां रिपीट हो रही हैं सो ये नोट्स बना के तुसीं प्रॉपर तुसीं मेरे तो चैक करवाने हैं। ओके बेटा सो थैंक यू बेटा हैव ए नाइस डे।